Hello students, welcome to the next lecture of Computer Fundamentals and Information Technology. CF and IT ਦਾ ਅਸੀਂ ਫਸਟ ਯੂਨਿਟ ਕਰ ਰਹੇ ਹਾਂ ਇੰਟਰੋਡਕਸ਼ਨ ਟੂ ਕੰਪਿਊਟਰ ਐਂਡ ਇਨਫੋਰਮੇਸ਼ਨ ਟੈਕਨੋਲੋਜੀ। ਫਸਟ ਯੂਨਿਟ ਦਾ ਨੇਮ ਹੈ। ਪਿਛਲੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਕੰਪਿਊਟਰ ਕੀ ਹੈ, ਡੇਟਾ ਕੀ ਹੈ ਐਂਡ ਇਨਫੋਰਮੇਸ਼ਨ ਕੀ ਹੈ। ਇਸ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੰਪਿਊਟਰ ਦੀ ਬਲੌਕ ਡਾਇਗਰਾਮ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ। ਕੰਪਿਊਟਰ ਦੇ ਬੇਸਿਕਸ ਦੇ ਵਿੱਚ ਇਹ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਕਿ ਕੰਪਿਊਟਰ ਦੀ ਬਲੌਕ ਡਾਇਗਰਾਮ ਕੀ ਹੈ। ਉਸ ਤੋਂ ਬਾਅਦ ਬਲੌਕ ਡਾਇਗਰਾਮ ਦੇ ਜਿੰਨੇ ਵੀ ਕੰਪੋਨੈਂਟਸ ਨੇ ਅਸੀਂ ਉਹ ਸਾਰੇ ਸਟੱਡੀ ਕਰਾਂਗੇ ਵਨ ਬਾਏ ਵਨ। ਬਲੌਕ ਡਾਇਗਰਾਮ ਤੋਂ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਨੇ। ਇਨਪੁਟ ਯੂਨਿਟ ਹੈ, CPU, ਫਿਰ ਅਸੀਂ ਆਊਟਪੁੱਟ ਯੂਨਿਟ ਡਿਸਕਸ ਕਰਾਂਗੇ, ਦੈਨ ਮੈਮਰੀ ਯੂਨਿਟ, ਦੈਨ ਅਸੀਂ ਡਿਸਕਸ ਕਰਾਂਗੇ ਮੈਮਰੀ ਦੀਆਂ ਟਾਈਪਸ ਕਿਹੜੀਆਂ ਨੇ ਐਂਡ ਇਨ ਦ ਐਂਡ ਅਸੀਂ ਡਿਸਕਸ ਕਰਾਂਗੇ ਅਰਥਮੈਟਿਕ ਲੌਜਿਕ ਯੂਨਿਟ ਨੂੰ ਤੇ ਕੰਟਰੋਲ ਯੂਨਿਟ ਨੂੰ। ਸੋ ਲੈਟਸ ਸਟਾਰਟ ਵਿਦ ਦ ਬਲੌਕ ਡਾਇਗਰਾਮ ਆਫ ਕੰਪਿਊਟਰ। ਕੰਪਿਊਟਰ ਦੀ ਬਲੌਕ ਡਾਇਗਰਾਮ। ਸੋ ਜਿਹੜਾ ਬੇਸਿਕ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਕੋਈ ਵੀ ਕੰਪਿਊਟਰ ਸਿਸਟਮ ਹੈ, ਬੇਸਿਕ ਬਲੌਕ ਡਾਇਗਰਾਮ ਮੀਨਸ ਇਹ ਬਲੌਕ ਡਾਇਗਰਾਮ ਹੈ ਕੰਪਿਊਟਰ ਦੀ। ਕੰਪਿਊਟਰ ਦੀ ਬਲੌਕ ਡਾਇਗਰਾਮ ਮੀਨਸ ਕਿ ਇੱਕ ਜਿਹੜਾ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਿਹੜੇ ਕਿਹੜੇ ਕੰਪੋਨੈਂਟਸ ਨੇ। ਹਰ ਇੱਕ ਕੰਪੋਨੈਂਟ ਨੂੰ ਅਸੀਂ ਵਨ ਬਾਏ ਵਨ ਸਟੱਡੀ ਕਰਾਂਗੇ। ਇਨਪੁਟ ਯੂਨਿਟ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਜਿਹਨੂੰ ਅਸੀਂ CPU ਕਹਿੰਦੇ ਹਾਂ, ਆਊਟਪੁੱਟ ਯੂਨਿਟ ਹੈ, ਮੈਮਰੀ ਯੂਨਿਟ ਹੈ, ਫਿਰ ਅਰਥਮੈਟਿਕ ਲੌਜਿਕ ਯੂਨਿਟ ਹੈ ਤੇ ਕੰਟਰੋਲ ਯੂਨਿਟ ਹੈ। ਹੁਣ ਇਹ ਡਾਇਗਰਾਮ ਦੇਖੀਏ, ਅਗਰ ਇਹ ਡਾਇਗਰਾਮ ਹੈ ਬਲੌਕ ਡਾਇਗਰਾਮ ਆਫ ਕੰਪਿਊਟਰ ਕਿ ਜਿਹੜਾ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਹੁੰਦੇ ਆ। ਸੋ ਸਭ ਤੋਂ ਪਹਿਲਾ ਕੰਪੋਨੈਂਟ ਹੈ ਇਨਪੁਟ ਯੂਨਿਟ ਜਿਹਨੂੰ ਅਸੀਂ ਇਨਪੁਟ ਡਿਵਾਈਸ ਲਿਖਿਆ ਹੋਇਆ ਇੱਥੇ। ਇਨਪੁਟ ਯੂਨਿਟ ਮੀਨਸ ਪਿਛਲੇ ਲੈਕਚਰ 'ਚ ਅਸੀਂ ਡਿਸਕਸ ਕੀਤਾ ਸੀ ਕਿ ਕੰਪਿਊਟਰ ਨੂੰ ਅਸੀਂ ਇਨਪੁਟ ਦਿੰਦੇ ਹਾਂ, ਰਾਈਟ। ਜੋ ਅਸੀਂ ਡੇਟਾ ਦਿੰਦੇ ਹਾਂ ਉਹ ਇਨਪੁਟ ਹੈ। ਹੁਣ ਜਿਹੜੀ ਅਸੀਂ ਇਨਪੁਟ ਦੇ ਰਹੇ ਹਾਂ ਉਹ ਕਿਸੇ ਯੂਨਿਟ ਦੇ ਥਰੂ ਦੇ ਰਹੇ ਹਾਂ। ਯੂਨਿਟ ਮੀਨਸ ਕਿਸੇ ਡਿਵਾਈਸ ਦੇ ਥਰੂ ਦੇ ਰਹੇ ਹਾਂ। ਜਿੱਦਾਂ ਫੋਰ ਐਗਜ਼ਾਮਪਲ ਮੈਂ ਕੀਬੋਰਡ 'ਤੇ ਪ੍ਰੈਸ ਕਰ ਰਹੀ ਹਾਂ ਬਟਨਸ, ਦੈਟ ਮੀਨਸ ਕਿ ਕੀਬੋਰਡ ਇੱਕ ਇਨਪੁਟ ਯੂਨਿਟ ਹੋ ਗਿਆ। ਇਨਪੁਟ ਡਿਵਾਈਸਿਸ ਕਿਹੜੀਆਂ ਨੇ, ਆਊਟਪੁੱਟ ਡਿਵਾਈਸਿਸ ਕਿਹੜੀਆਂ ਨੇ, ਅਸੀਂ ਡਿਟੇਲ 'ਚ ਪੜ੍ਹਾਂਗੇ ਇਸ ਸਬਜੈਕਟ ਦੇ ਵਿੱਚ। ਇੱਥੇ ਤੁਸੀਂ ਇਹ ਦੇਖਣਾ ਹੈ ਕਿ ਜਦੋਂ ਅਸੀਂ ਕੰਪਿਊਟਰ ਨੂੰ ਇਨਪੁਟ ਦਿੰਦੇ ਹਾਂ ਤੇ ਉਹਦੇ ਲਈ ਸਾਨੂੰ ਇਨਪੁਟ ਯੂਨਿਟ ਚਾਹੀਦਾ ਹੈ ਜਾਂ ਫਿਰ ਇਨਪੁਟ ਡਿਵਾਈਸਿਸ ਚਾਹੀਦੀਆਂ। ਹੁਣ ਜਿਹੜੀ ਉਹ ਇਨਪੁਟ ਹੈ ਉਹ ਇਨਪੁਟ ਕਿਹਦੇ ਕੋਲ ਜਾਂਦੀ ਹੈ? CPU ਕੋਲ, ਸੈਂਟਰਲ ਪ੍ਰੋਸੈਸਿੰਗ ਯੂਨਿਟ ਕੋਲ, ਜਿਹਨੂੰ ਅਸੀਂ ਪ੍ਰੋਸੈਸਰ ਕਿਹਾ ਸੀ ਪਿਛਲੇ ਲੈਕਚਰ ਦੇ ਵਿੱਚ। ਪਿਛਲੇ ਲੈਕਚਰ 'ਚ ਅਸੀਂ ਕੀਤਾ ਸੀ ਕਿ ਇਨਪੁਟ ਜਾ ਰਹੀ ਸੀ ਪ੍ਰੋਸੈਸਰ ਕੋਲ ਤੇ ਪ੍ਰੋਸੈਸਰ ਪ੍ਰੋਸੈਸਿੰਗ ਕਰਕੇ ਸਾਨੂੰ ਆਊਟਪੁੱਟ ਦੇ ਰਿਹਾ ਸੀ। ਹੁਣ ਇਨਪੁਟ ਜਾ ਕਿੱਦਾਂ ਰਹੀ ਹੈ? ਇਨਪੁਟ ਯੂਨਿਟ ਨੂੰ ਯੂਜ਼ ਕਰਕੇ, ਮਤਲਬ ਇਨਪੁਟ ਡਿਵਾਈਸਿਸ ਦੇ ਥਰੂ ਅਸੀਂ ਇਨਪੁਟ ਦੇ ਰਹੇ ਹਾਂ। ਫਿਰ ਉਹ ਪ੍ਰੋਸੈਸਰ ਕੋਲ ਗਈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਇੱਥੇ ਜਿਹਨੂੰ ਅਸੀਂ ਪ੍ਰੋਸੈਸਰ ਵੀ ਕਹਿੰਦੇ ਹਾਂ ਜਾਂ CPU ਵੀ ਕਹਿੰਦੇ ਹਾਂ। CPU ਦੇ ਵਿੱਚ ਦੋ ਕੰਪੋਨੈਂਟਸ ਹੁੰਦੇ ਆ, ਕੰਟਰੋਲ ਯੂਨਿਟ ਜਿਹਨੂੰ CU ਕਿਹਾ ਜਾਂਦਾ ਹੈ ਤੇ ਅਰਥਮੈਟਿਕ ਲੌਜਿਕ ਯੂਨਿਟ ਜਿਹਨੂੰ ALU ਕਿਹਾ ਜਾਂਦਾ ਹੈ। ਸੋ CPU ਦੇ ਵਿੱਚ ਦੋ ਚੀਜ਼ਾਂ ਹੋ ਗਈਆਂ, ਕੰਟਰੋਲ ਯੂਨਿਟ CU ਐਂਡ ਅਰਥਮੈਟਿਕ ਲੌਜਿਕ ਯੂਨਿਟ ALU। ਐਂਡ ਇੱਥੇ ਇੱਕ ਮੈਮਰੀ ਯੂਨਿਟ ਹੁੰਦਾ ਹੈ। ਮੈਮਰੀ ਯੂਨਿਟ ਮੀਨਸ ਸਟੋਰੇਜ ਯੂਨਿਟ ਹੁੰਦਾ ਹੈ, ਜਿੱਥੇ ਸਟੋਰ ਹੋਣੀਆਂ ਚੀਜ਼ਾਂ ਉਹ ਮੈਮਰੀ ਯੂਨਿਟ ਹੋਏਗਾ। ਸਾਰੀ ਪ੍ਰੋਸੈਸਿੰਗ ਹੋ ਜਾਂਦੀ ਹੈ। ਪ੍ਰੋਸੈਸਿੰਗ ਤੋਂ ਬਾਅਦ CPU ਜਾਂ ਪ੍ਰੋਸੈਸਰ, CPU ਨੂੰ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਵੀ ਕਿਹਾ ਜਾਂਦਾ ਹੈ। ਫਿਰ ਉਹ ਸਾਨੂੰ ਆਊਟਪੁੱਟ ਦਿੰਦਾ ਹੈ। ਆਊਟਪੁੱਟ ਕਿੱਦਾਂ ਦਿੰਦਾ ਹੈ? ਆਊਟਪੁੱਟ ਡਿਵਾਈਸਿਸ ਨੂੰ ਯੂਜ਼ ਕਰਕੇ। ਜਿੱਦਾਂ ਮੈਂ ਬਟਨ ਪ੍ਰੈਸ ਕਰ ਰਹੀ ਹਾਂ ਕੀਬੋਰਡ ਤੋਂ, ਕੀਬੋਰਡ ਇਨਪੁਟ ਡਿਵਾਈਸ ਹੈ। ਸਕਰੀਨ ਦੇ ਉੱਪਰ, ਮੋਨੀਟਰ ਦੇ ਉੱਪਰ ਮੈਨੂੰ ਆਊਟਪੁੱਟ ਸ਼ੋ ਹੋ ਰਹੀ ਹੈ, ਤਾਂ ਮੋਨੀਟਰ ਕੀ ਹੈ? ਇੱਕ ਆਊਟਪੁੱਟ ਡਿਵਾਈਸ ਹੈ ਜਾਂ ਆਊਟਪੁੱਟ ਯੂਨਿਟ ਹੈ। ਇਹਦੇ ਨਾਲ ਹੀ ਇੱਥੇ ਇੱਕ ਹੈ ਸੈਕੰਡਰੀ ਸਟੋਰੇਜ ਡਿਵਾਈਸਿਸ। ਇੱਕ ਸੈਕੰਡਰੀ ਸਟੋਰੇਜ ਡਿਵਾਈਸਿਸ ਕੀ ਹੁੰਦੀਆਂ ਅਸੀਂ ਡਿਸਕਸ ਕਰਾਂਗੇ। ਹੁਣ ਵਨ ਬਾਏ ਵਨ ਇਹ ਸਾਰੇ ਕੰਪੋਨੈਂਟਸ ਅਸੀਂ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਹੈ ਕਿ ਇਨਪੁਟ ਯੂਨਿਟ ਕੀ ਹੈ। ਇਨਪੁਟ ਯੂਨਿਟ ਨੇ ਕੀ ਕਰਨਾ ਹੈ? ਇਨਪੁਟ ਲੈਣੀ ਹੈ, ਉਹ ਇਨਪੁਟ ਲੈ ਕੇ ਉਹਨੂੰ CPU ਨੂੰ ਸੈਂਡ ਕਰਨਾ। ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਕੰਪਿਊਟਰ ਹੈ
ਉਹ ਸਾਡੀ ਲੈਂਗੁਏਜ ਨਹੀਂ ਸਮਝਦਾ। ਫੋਰ ਐਗਜ਼ਾਮਪਲ ਅਸੀਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਇੰਗਲਿਸ਼ 'ਚ ਗੱਲ ਕਰ ਰਹੇ ਹਾਂ, ਮਤਲਬ ਅਸੀਂ ਹਿਊਮਨ ਰੀਡੇਬਲ ਲੈਂਗੁਏਜ ਜਿਹੜੀ ਹੁੰਦੀ ਹੈ, ਜਿਹੜੇ ਹਿਊਮਨਸ ਅੰਡਰਸਟੈਂਡ ਕਰਦੇ ਆ, ਹਿਊਮਨ ਅੰਡਰਸਟੈਂਡੇਬਲ ਲੈਂਗੁਏਜ ਜਿਹੜੀ ਹੈ ਉਹ ਕੰਪਿਊਟਰ ਨੂੰ ਨਹੀਂ ਸਮਝ ਆਉਂਦੀ। ਰਾਈਟ, ਕੰਪਿਊਟਰ ਨੂੰ ਕਿਹੜੀ ਲੈਂਗੁਏਜ ਸਮਝ ਆਉਂਦੀ ਹੈ? ਬਾਈਨਰੀ ਲੈਂਗੁਏਜ। ਬਾਈਨਰੀ ਮੀਨਸ ਕਿ ਦੋ ਚੀਜ਼ਾਂ ਤੋਂ ਲੈਂਗੁਏਜ ਬਣੀ ਹੁੰਦੀ ਹੈ, 0 ਤੇ 1 ਤੋਂ। ਮੀਨਸ ਕਿ ਜੋ ਵੀ ਅਸੀਂ ਕੰਪਿਊਟਰ ਨੂੰ ਕਹਿੰਦੇ ਆ ਉਹ ਸਭ ਕੁਝ 0 1 ਦੇ ਵਿੱਚ ਟਰਾਂਸਲੇਟ ਹੁੰਦਾ, ਫਿਰ ਕੰਪਿਊਟਰ ਸਮਝਦਾ। ਕਿਉਂਕਿ ਕੰਪਿਊਟਰ ਨੂੰ ਜਿਹੜੀ ਸਾਡੀ ਲੈਂਗੁਏਜ ਹੈ, ਜਿਹੜੀ ਲੈਂਗੁਏਜ ਅਸੀਂ ਗੱਲ ਕਰਦੇ ਹਾਂ, ਹਿਊਮਨਸ ਗੱਲ ਕਰਦੇ ਹਾਂ, ਹਿਊਮਨ ਰੀਡੇਬਲ ਲੈਂਗੁਏਜ ਹੈ ਜਿਹੜੀ, ਹਿਊਮਨ ਅੰਡਰਸਟੈਂਡੇਬਲ ਲੈਂਗੁਏਜ ਹੈ ਜਿਹੜੀ, ਉਹ ਕੰਪਿਊਟਰ ਨੂੰ ਸਮਝ ਨਹੀਂ ਆਉਂਦੀ। ਕੰਪਿਊਟਰ ਨੂੰ ਕਿਹੜੀ ਲੈਂਗੁਏਜ ਸਮਝ ਆਉਂਦੀ ਹੈ? ਕੰਪਿਊਟਰ ਦੀ ਆਪਣੀ ਲੈਂਗੁਏਜ। ਬਾਈਨਰੀ ਲੈਂਗੁਏਜ ਕੰਪਿਊਟਰ ਨੂੰ ਸਮਝ ਆਉਂਦੀ ਹੈ, ਮਸ਼ੀਨ ਲੈਂਗੁਏਜ ਕੰਪਿਊਟਰ ਨੂੰ ਸਮਝ ਆਉਂਦੀ ਹੈ। ਬਾਈਨਰੀ ਲੈਂਗੁਏਜ ਮਤਲਬ 0 ਤੇ 1 ਦੀ ਲੈਂਗੁਏਜ। ਜੋ ਕੁਝ ਵੀ ਅਸੀਂ ਕੰਪਿਊਟਰ ਨੂੰ ਕਮਾਂਡ ਦਿੰਦੇ ਆ, ਫੋਰ ਐਗਜ਼ਾਮਪਲ ਮੈਂ ਇਹੀ ਐਗਜ਼ਾਮਪਲ ਨੂੰ ਕੰਟੀਨਿਊਸਲੀ ਯੂਜ਼ ਕਰ ਰਹੀ ਹਾਂ ਸੋ ਦੈਟ ਕਿ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਵੇ ਚੀਜ਼। ਕਿ ਕੀਬੋਰਡ ਹੈ ਮੇਰੇ ਕੋਲ, ਕੀਬੋਰਡ ਤੇ ਮੈਂ ਬਟਨਸ ਪ੍ਰੈਸ ਕੀਤੇ, ਮੈਂ ਬਟਨਸ ਪ੍ਰੈਸ ਕੀਤੇ, ਸਪੋਜ਼ ਮੈਂ ਬਟਨ ਪ੍ਰੈਸ ਕਰ ਰਹੀ ਹਾਂ, ਮੈਂ ਉੱਥੇ ਲਿਖ ਰਹੀ ਹਾਂ CF ਐਂਡ IT। ਹੁਣ ਜਿਹੜਾ ਜਦੋਂ ਮੈਂ ਪ੍ਰੈਸ ਕੀਤਾ ਬਟਨ, ਕੰਪਿਊਟਰ ਨੂੰ ਜਿਹੜਾ ਉਹਦਾ ਪ੍ਰੋਸੈਸਰ ਹੈ, ਬੇਸਿਕਲੀ ਜਿਹੜਾ CPU ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਉਹਨੂੰ ਇਹ ਚੀਜ਼ ਨਹੀਂ ਸਮਝ ਆਏਗੀ, ਉਹਨੂੰ ਬਾਈਨਰੀ ਲੈਂਗੁਏਜ ਹੀ ਸਮਝ ਆਉਂਦੀ ਹੈ। ਸੋ ਇਹ ਲੈਂਗੁਏਜ ਕੌਣ ਕਨਵਰਟ ਕਰਦੇ ਆ? ਕੰਪਿਊਟਰ ਦੇ ਅੰਦਰ ਹੀ ਜਿਹੜੇ ਹੈਗੇ ਆ ਇੱਦਾਂ ਦੇ ਸਿਸਟਮ ਲੱਗੇ ਹੁੰਦੇ ਆ ਜਿਹੜੇ ਸਾਡੀ ਲੈਂਗੁਏਜ ਨੂੰ ਕੰਪਿਊਟਰ ਦੀ ਲੈਂਗੁਏਜ 'ਚ ਟਰਾਂਸਲੇਟ ਕਰਦੇ ਆ। ਫਿਰ ਜਦੋਂ ਕੰਪਿਊਟਰ ਨੇ ਸਾਨੂੰ ਕੁਝ ਦੱਸਣਾ ਹੈ, ਉਹ ਕੰਪਿਊਟਰ ਦੀ ਲੈਂਗੁਏਜ ਨੂੰ ਸਾਡੀ ਲੈਂਗੁਏਜ 'ਚ ਟਰਾਂਸਲੇਟ ਕਰਕੇ ਸਾਡੇ ਤੱਕ ਪਹੁੰਚਾਉਂਦੇ ਆ। ਹੁਣ ਇਨਪੁਟ ਯੂਨਿਟ ਕੀ ਕਰਦਾ ਹੈ? ਇਨਪੁਟ ਯੂਨਿਟ ਇਨਪੁਟ ਲੈ ਲੈਂਦਾ ਐਂਡ ਉਹਨੂੰ ਬਾਈਨਰੀ ਫਾਰਮ 'ਚ ਕਨਵਰਟ ਕਰ ਦਿੰਦਾ ਹੈ। ਇਨਪੁਟ ਅਸੀਂ ਦਿੱਤੀ, ਇਨਪੁਟ ਕਿੰਨੇ ਲੈਣੀ ਹੈ? ਇਨਪੁਟ ਯੂਨਿਟ ਨੇ। ਇਨਪੁਟ ਯੂਨਿਟ ਨੇ ਇਨਪੁਟ ਲੈ ਲਈ, ਉਹਨੂੰ ਬਾਈਨਰੀ 'ਚ ਕਨਵਰਟ ਕਰਤਾ ਤਾਂ ਕਿ ਕੰਪਿਊਟਰ ਉਹਨੂੰ ਸਮਝ ਸਕੇ। ਇਨਪੁਟ ਯੂਨਿਟ ਦੇ ਵਿੱਚ ਬਹੁਤ ਸਾਰੀਆਂ ਇਨਪੁਟ ਡਿਵਾਈਸਿਸ ਹੁੰਦੀਆਂ। ਇਨਪੁਟ ਡਿਵਾਈਸਿਸ ਮਤਲਬ ਫੋਰ ਐਗਜ਼ਾਮਪਲ ਜਿੱਦਾਂ ਕੀਬੋਰਡ ਹੈ, ਉਹ ਇਨਪੁਟ ਡਿਵਾਈਸ ਹੈ ਜਿਹਨੂੰ ਅਸੀਂ ਇਨਪੁਟ ਦੇ ਰਹੇ ਹਾਂ। ਮਾਊਸ ਹੈ, ਉਹ ਇਨਪੁਟ ਡਿਵਾਈਸ ਹੈ। ਸਕੈਨਰ ਹੁੰਦਾ, ਉਹ ਵੀ ਇਨਪੁਟ ਡਿਵਾਈਸ ਹੈ। ਸੋ ਜਿਨ੍ਹਾਂ ਨੂੰ ਅਸੀਂ ਡੇਟਾ ਦਿੰਦੇ ਹਾਂ ਉਹ ਇਨਪੁਟ ਡਿਵਾਈਸਿਸ ਨੇ। ਇਨਪੁਟ ਯੂਨਿਟ ਦੇ ਵਿੱਚ ਬਹੁਤ ਸਾਰੀਆਂ ਇਨਪੁਟ ਡਿਵਾਈਸਿਸ ਹੁੰਦੀਆਂ ਨੇ। ਇਨਪੁਟ ਯੂਨਿਟ ਕੀ ਕਰਦਾ ਹੈ? ਇਨਪੁਟ ਲੈ ਲੈਂਦਾ ਜੋ ਅਸੀਂ ਕੰਪਿਊਟਰ ਨੂੰ ਦੇਣਾ ਚਾਹੁੰਦੇ ਹਾਂ। ਇਨਪੁਟ ਲੈ ਕੇ ਉਹਨੂੰ ਕੰਪਿਊਟਰ ਦੀ ਲੈਂਗੁਏਜ 'ਚ ਕਨਵਰਟ ਕਰਕੇ ਪ੍ਰੋਸੈਸਰ ਨੂੰ ਪਹੁੰਚਾ ਦਿੰਦਾ ਹੈ ਤਾਂ ਕਿ ਅੱਗੇ ਪ੍ਰੋਸੈਸਿੰਗ ਹੋ ਸਕੇ। ਫੰਕਸ਼ਨਸ ਆਫ ਇਨਪੁਟ ਯੂਨਿਟ। ਹੁਣ ਇਨਪੁਟ ਯੂਨਿਟ ਕਰਦਾ ਕੀ ਹੈ, ਉਹਦੇ ਫੰਕਸ਼ਨਸ ਕੀ ਹੈ? ਇਟ ਐਕਸੈਪਟਸ ਡੇਟਾ ਔਰ ਇਨਸਟਰਕਸ਼ਨਸ ਫਰੋਮ ਆਊਟਸਾਈਡ ਵਰਲਡ। ਸੋ ਕੰਪਿਊਟਰ ਤੋਂ ਜਿਹੜਾ ਬਾਹਰ ਵਾਲਾ ਵਰਲਡ ਹੈ, ਅਸੀਂ ਸਾਰੇ ਆਊਟਸਾਈਡ ਵਰਲਡ 'ਚ ਆ ਗਏ, ਇਹਨੇ ਡੇਟਾ ਤੇ ਇੰਸਟਰਕਸ਼ਨ ਐਕਸੈਪਟ ਕਰਨੀ ਹੈ। ਇਟ ਕਨਵਰਟਸ ਥੀਸ ਡੇਟਾ ਐਂਡ ਇੰਸਟਰਕਸ਼ਨਸ ਇਨ ਕੰਪਿਊਟਰ ਐਕਸੈਪਟੇਬਲ ਫਾਰਮ। ਇਨਪੁਟ ਯੂਨਿਟ ਨੇ ਕੀ ਕਰਨਾ ਹੈ? ਡੇਟਾ, ਜੋ ਡੇਟਾ ਅਸੀਂ ਇਹਨੂੰ ਦਿੱਤਾ ਜਾਂ ਜੋ ਇੰਸਟਰਕਸ਼ਨ ਅਸੀਂ ਇਹਨੂੰ ਦਿੱਤੀਆਂ ਜਾਂ ਜੋ ਕਮਾਂਡਸ ਅਸੀਂ ਦੇ ਰਹੇ ਹਾਂ ਇਹਨੂੰ, ਉਹ ਲੈ ਲੈਂਦਾ ਹੈ ਐਂਡ ਉਹਨਾਂ ਨੂੰ ਕੰਪਿਊਟਰ ਐਕਸੈਪਟੇਬਲ ਫਾਰਮ 'ਚ ਕਨਵਰਟ ਕਰ ਦਿੰਦਾ ਹੈ ਕਿ ਕੰਪਿਊਟਰ ਜਿਹੜੀ ਲੈਂਗੁਏਜ ਸਮਝ ਸਕਦਾ ਹੈ, ਐਕਸੈਪਟ ਕਰ ਸਕਦਾ ਹੈ, ਉਸ ਲੈਂਗੁਏਜ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਉਸ ਤੋਂ ਬਾਅਦ ਜਿਹੜੀਆਂ ਕਨਵਰਟਡ ਇੰਸਟਰਕਸ਼ਨਸ ਨੇ, ਜਿਹੜੀਆਂ ਇੰਸਟਰਕਸ਼ਨਸ ਕਨਵਰਟ ਕੀਤੀਆਂ, ਉਹ ਪ੍ਰੋਸੈਸਰ ਤੱਕ ਪਹੁੰਚਾ ਦਿੰਦਾ ਹੈ। ਰਾਈਟ, ਹੁਣ ਇਨਪੁਟ ਡਿਵਾਈਸਿਸ ਕਿਹੜੀਆਂ? ਕੀਬੋਰਡ, ਮਾਊਸ, ਸਕੈਨਰ, ਲਾਈਟ ਪੈਨ, ਇਹ ਸਾਰੀਆਂ ਇਨਪੁਟ ਡਿਵਾਈਸਿਸ ਨੇ। ਇਹ ਸਾਰੀਆਂ ਨੂੰ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਅਗਲੇ ਚੈਪਟਰਸ ਦੇ ਵਿੱਚ। ਸੋ ਇੱਥੇ ਤੁਸੀਂ ਇਹ ਸਮਝਣਾ ਹੈ ਕਿ ਕੰਪਿਊਟਰ ਦੀ ਬਲੌਕ ਡਾਇਗਰਾਮ ਕੀ ਹੈ, ਕਿ ਜਿਹੜਾ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ, ਉਹ ਕਿਹੜੀਆਂ ਚੀਜ਼ਾਂ ਨੂੰ ਮਿਲ ਕੇ ਬਣਿਆ। ਪਹਿਲੀ ਚੀਜ਼ ਅਸੀਂ ਪੜ੍ਹ ਰਹੇ ਹਾਂ ਇਨਪੁਟ ਯੂਨਿਟ। ਇਨਪੁਟ ਯੂਨਿਟ ਦੇ ਵਿੱਚ ਬਹੁਤ ਸਾਰੀਆਂ ਇਨਪੁਟ ਡਿਵਾਈਸਿਸ ਹੁੰਦੀਆਂ। ਇਨਪੁਟ ਯੂਨਿਟ ਕੀ ਕਰਦਾ ਹੈ? ਜੋ ਵੀ ਅਸੀਂ ਡੇਟਾ ਦੇ ਰਹੇ ਹਾਂ, ਜੋ ਵੀ ਇੰਸਟਰਕਸ਼ਨ ਦੇ ਰਹੇ ਹਾਂ ਇਨਪੁਟ ਐਜ਼ ਦ ਇਨਪੁਟ, ਉਹ ਉਹਨੂੰ ਐਕਸੈਪਟ ਕਰਦਾ ਹੈ। ਐਕਸੈਪਟ ਕਰਕੇ ਕੰਪਿਊਟਰ ਦੀ ਲੈਂਗੁਏਜ 'ਚ ਕਨਵਰਟ ਕਰਦਾ ਹੈ। ਕਨਵਰਟ ਕਰਕੇ CPU ਨੂੰ ਸੈਂਡ ਕਰ ਦਿੰਦਾ ਆ, ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਸੈਂਡ ਕਰ ਦਿੰਦਾ, ਜਿਹਨੂੰ ਅਸੀਂ ਪ੍ਰੋਸੈਸਰ ਵੀ ਕਹਿੰਦੇ ਆ, ਤਾਂ ਕਿ ਉੱਥੇ ਪ੍ਰੋਸੈਸਿੰਗ ਹੋ ਸਕੇ। ਸੋ ਇਹ ਹੋ ਗਿਆ ਇਨਪੁਟ ਯੂਨਿਟ। ਉਸ ਤੋਂ ਬਾਅਦ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਸੋ ਅਸੀਂ ਇਨਪੁਟ ਯੂਨਿਟ ਕਵਰ ਕਰ ਲਿਆ, ਇਹ ਹੋ ਗਿਆ ਇਨਪੁਟ ਯੂਨਿਟ। ਇਨਪੁਟ ਯੂਨਿਟ ਨੇ ਆਪਣਾ ਕੰਮ ਕੀਤਾ ਤੇ ਇੰਸਟਰਕਸ਼ਨਸ ਕਿਹਨੂੰ ਦੇ ਦਿੱਤੀਆਂ? CPU ਨੂੰ। CPU ਨੂੰ ਅਸੀਂ ਬ੍ਰੇਨ ਆਫ ਕੰਪਿਊਟਰ ਕਹਿੰਦੇ ਆ। ਠੀਕ ਹੈ, ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ CPU ਨੂੰ।
बिकॉज जो भी ऑपरेशनस होने हैं, जो भी कैलकुलेशनस होनी है, चाहे अरथमैटिक ऑपरेशनस होने हैं या फिर लॉजिकल ऑपरेशनस होने हैं, या फिर कि नैक्सट इंस्ट्रक्शन ਕਿਹੜੀ ਐਗਜ਼ੀਕਿਊਟ ਕਰਨੀ ਹੈ, ਕਿ ਅਗਲਾ ਕੰਮ ਕਿਹੜਾ ਕਰਨਾ ਹੈ, ਉਹ ਸਭ ਚੀਜ਼ਾਂ CPU ਕਰਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਕਰਦਾ ਹੈ। ਇਹਨੂੰ ਅਸੀਂ ਪ੍ਰੋਸੈਸਰ ਵੀ ਕਹਿੰਦੇ ਹਾਂ। ਸੋ ਸੈਂਟਰਲ ਪ੍ਰੋਸੈਸਿੰਗ ਯੂਨਿਟ ਇਹ ਇੱਕ ਫਿਗਰ ਹੈ। CPU ਇਸ ਤਰ੍ਹਾਂ ਦਾ ਹੁੰਦਾ ਹੈ, ਠੀਕ ਹੈ। CPU ਦੀ ਇੱਕ ਟਾਈਪ ਇਹ ਹੈ ਕਿ ਇਸ ਤਰ੍ਹਾਂ ਦੇ CPU ਅਸੀਂ ਨਾਰਮਲੀ ਦੇਖੇ ਹੋਣਗੇ ਕੰਪਿਊਟਰ ਲੈਬਸ ਵਿੱਚ। CPU ਦੇ ਵਿੱਚ ਦੋ ਚੀਜ਼ਾਂ ਹੈ, ਕੰਟਰੋਲ ਯੂਨਿਟ ਜਿਹਨੂੰ CU ਕਹਿੰਦੇ ਆ, ਤੇ ALU ਜਿਹਨੂੰ ਕਹਿੰਦੇ ਆ ਅਰਥਮੈਟਿਕ ਲੌਜਿਕ ਯੂਨਿਟ। ਸੋ ਇਹ ਦੋਨੋਂ ਚੀਜ਼ਾਂ ਮਿਲ ਕੇ ਕੀ ਬਣਾਉਂਦੀਆਂ, CPU ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਅਸੀਂ ਪ੍ਰੋਸੈਸਰ ਵੀ ਕਹਿੰਦੇ ਆ। ਇਟ ਇਜ਼ ਦ ਬ੍ਰੇਨ ਆਫ ਕੰਪਿਊਟਰ। ਕੰਪਿਊਟਰ ਦਾ ਇਹ ਬ੍ਰੇਨ ਹੈ। ਜੋ ਵੀ ਐਗਜ਼ੀਕਿਊਸ਼ਨ ਹੋਣੀ ਹੈ, ਜੋ ਵੀ ਆਪਰੇਸ਼ਨ ਹੋਣਾ ਹੈ, ਜੋ ਵੀ ਕੈਲਕੂਲੇਸ਼ਨ ਹੋਣੀ ਹੈ, ਉਹ ਸਭ ਕੁਝ CPU ਕਰੇਗਾ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਨੈਕਸਟ ਇਜ਼ ਆਊਟਪੁੱਟ ਯੂਨਿਟ। ਹੁਣ ਇਨਪੁੱਟ ਯੂਨਿਟ ਨੇ ਇਨਪੁੱਟ ਲੈ ਕੇ ਉਹਨੂੰ ਕਨਵਰਟ ਕੀਤਾ ਕੰਪਿਊਟਰ ਦੀ ਲੈਂਗੁਏਜ ਦੇ ਵਿੱਚ, ਤੇ CPU ਨੂੰ ਦੇ ਦਿੱਤਾ। CPU ਨੇ ਉਹਦੇ 'ਤੇ ਪ੍ਰੋਸੈਸਿੰਗ ਕੀਤੀ। CPU ਨੇ ਪ੍ਰੋਸੈਸਿੰਗ ਕਰਕੇ ਆਊਟਪੁੱਟ ਯੂਨਿਟ ਨੂੰ ਰਿਜ਼ਲਟ ਭੇਜਦਾ। ਹੁਣ ਆਊਟਪੁੱਟ ਯੂਨਿਟ ਕੋਲ ਜਿਹੜਾ ਰਿਜ਼ਲਟ ਆਏਗਾ ਉਹ ਕੰਪਿਊਟਰ ਲੈਂਗੁਏਜ ਦੇ ਵਿੱਚ ਆਏਗਾ। ਉਹ ਕੀ ਕਰੇਗਾ, ਆਊਟਪੁੱਟ ਉਹ ਕੰਪਿਊਟਰ ਲੈਂਗੁਏਜ ਵਾਲੀ ਜਿਹੜੀ ਵੀ ਆਊਟਪੁੱਟ ਆਈ ਉਹਨੂੰ ਹਿਊਮਨ ਰੀਡੇਬਲ ਲੈਂਗੁਏਜ ਕਨਵਰਟ ਕਰਕੇ ਸਾਡੇ ਤੱਕ ਪਹੁੰਚਾਏਗਾ, ਕਿਉਂਕਿ ਸਾਨੂੰ ਕੰਪਿਊਟਰ ਦੀ ਲੈਂਗੁਏਜ ਸਮਝਣੀ ਡਿਫਿਕਲਟ ਹੋਏਗੀ। ਮਸ਼ੀਨ ਲੈਂਗੁਏਜ ਜਾਂ ਅਗਰ ਸਾਰੀਆਂ ਚੀਜ਼ਾਂ 0 1 ਦੇ ਵਿੱਚ ਹੋਣਗੀਆਂ, ਸਾਨੂੰ ਸਮਝਣਾ ਡਿਫਿਕਲਟ ਹੈ। ਆਊਟਪੁੱਟ ਯੂਨਿਟ ਇਜ਼ ਯੂਜ਼ਡ ਫॉर ਡਿਸਪਲੇਇੰਗ ਆਊਟਪੁੱਟ ਟੂ ਦ ਆਊਟਸਾਈਡ ਵਰਲਡ। ਜੋ ਵੀ ਆਊਟਪੁੱਟ ਆਈ ਹੈ ਉਹ ਸਾਡੇ ਤੱਕ ਪਹੁੰਚਾਏਗਾ। ਆਊਟਪੁੱਟ ਡਿਵਾਈਸਿਸ ਕਿਹੜੀਆਂ ਕਿਹੜੀਆਂ ਹੁੰਦੀਆਂ, ਜਿੱਦਾਂ ਪ੍ਰਿੰਟਰ ਹੈ, ਉਹ ਸਾਨੂੰ ਪੇਜ ਪ੍ਰਿੰਟ ਕਰਕੇ ਦਿੰਦਾ ਹੈ, ਉਹ ਆਊਟਪੁੱਟ ਡਿਵਾਈਸ ਹੈ। ਮੋਨੀਟਰ ਹੈ, ਮੋਨੀਟਰ ਸਾਨੂੰ ਸਕਰੀਨ 'ਤੇ ਸ਼ੋਅ ਕਰਦਾ ਹੈ, ਮੂਵੀਜ਼ ਸ਼ੋਅ ਕਰਦਾ ਹੈ, ਪਿਕਚਰਸ ਸ਼ੋਅ ਕਰਦਾ ਹੈ, ਟਾਈਪ ਕੀਤੀ ਕੋਈ ਲੈਟਰ ਉਹ ਸ਼ੋਅ ਕਰਦਾ ਹੈ। ਮੋਨੀਟਰ ਆਊਟਪੁੱਟ ਡਿਵਾਈਸ ਹੋ ਗਈ। ਸਪੀਕਰ ਹੈ, ਸਪੀਕਰ ਸਾਨੂੰ ਆਡੀਓ ਸੁਣਾਉਂਦਾ ਹੈ, ਸਾਡੇ ਈਅਰਸ ਤੱਕ ਪਹੁੰਚਦੀ ਹੈ ਆਡੀਓ, ਉਹ ਵੀ ਆਊਟਪੁੱਟ ਡਿਵਾਈਸ ਹੈ। ਸੋ ਫੰਕਸ਼ਨਸ ਆਫ ਆਊਟਪੁੱਟ ਯੂਨਿਟ, ਜਿਹੜੀ ਆਊਟਪੁੱਟ ਯੂਨਿਟ ਹੈ ਉਹਦੇ ਫੰਕਸ਼ਨਸ ਕੀ ਨੇ, ਇਟ ਅਸੈਪਟਸ ਦ ਰਿਜ਼ਲਟਸ ਪ੍ਰੋਡਿਊਸਡ ਬਾਈ ਕੰਪਿਊਟਰ ਵਿਚ ਆਰ ਇਨ ਕੋਡਡ ਫਾਰਮ। ਸੋ ਕਿਉਂਕਿ CPU ਨੇ ਜੋ ਕੰਮ ਕਰਨਾ ਹੈ, ਪ੍ਰੋਸੈਸਰ ਨੇ ਜੋ ਕੰਮ ਕਰਨਾ ਹੈ, ਆਪਣੀ ਲੈਂਗੁਏਜ 'ਚ ਕਰਨਾ ਹੈ, ਕੰਪਿਊਟਰ ਦੀ ਲੈਂਗੁਏਜ 'ਚ ਕਰਨਾ ਹੈ, ਜਿਹਨੂੰ ਅਸੀਂ ਬਾਈਨਰੀ ਲੈਂਗੁਏਜ ਕਹਿੰਦੇ ਆ, 0 1 ਦੀ ਲੈਂਗੁਏਜ ਕਹਿੰਦੇ ਆ। ਸੋ ਕੰਪਿਊਟਰ ਨੇ ਆਊਟਪੁੱਟ ਪ੍ਰੋਡਿਊਸ ਕੀਤੀ ਕੋਡਡ ਫਾਰਮ ਦੇ ਵਿੱਚ। ਸੋ ਆਊਟਪੁੱਟ ਯੂਨਿਟ ਕੀ ਕਰਦਾ ਹੈ, ਇਹ ਕੋਡਡ ਰਿਜ਼ਲਟ ਨੂੰ ਹਿਊਮਨ ਰੀਡੇਬਲ ਫਾਰਮ 'ਚ ਕਨਵਰਟ ਕਰਦਾ ਹੈ ਐਂਡ ਫਿਰ ਕਨਵਰਟਡ ਰਿਜ਼ਲਟ ਨੂੰ ਸਾਡੇ ਤੱਕ ਪਹੁੰਚਾਉਂਦਾ ਹੈ, ਆਊਟਸਾਈਡ ਵਰਲਡ ਤੱਕ ਪਹੁੰਚਾਉਂਦਾ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਅਗਰ ਅਸੀਂ ਡਾਇਗਰਾਮ ਦੇਖੀਏ, ਅਸੀਂ ਇਨਪੁੱਟ ਯੂਨਿਟ ਕਵਰ ਕਰ ਲਿਆ, CPU ਕਵਰ ਕਰ ਲਿਆ, ਆਊਟਪੁੱਟ ਯੂਨਿਟ ਕਵਰ ਕਰ ਲਿਆ, ਠੀਕ ਹੈ। ਹੁਣ ਆਉਂਦਾ ਹੈ ਮੈਮਰੀ ਯੂਨਿਟ। ਹੁਣ ਜੋ ਕੁਝ ਵੀ ਹੈ ਕੰਪਿਊਟਰ ਦੇ ਵਿੱਚ ਉਹ ਕਿਤੇ ਨਾ ਕਿਤੇ ਤੇ ਸਟੋਰ ਹੋਏਗਾ। ਉਹ ਕਿੱਥੇ ਸਟੋਰ ਹੁੰਦਾ ਹੈ, ਮੈਮਰੀ ਯੂਨਿਟ ਦੇ ਵਿੱਚ ਸਟੋਰ ਹੁੰਦਾ ਹੈ। ਸੋ ਹੁਣ ਅਸੀਂ ਸਟੱਡੀ ਕਰਦੇ ਹਾਂ ਕਿ ਮੈਮਰੀ ਯੂਨਿਟ ਕੀ ਹੈ। ਮੈਮਰੀ ਯੂਨਿਟ ਪ੍ਰੋਵਾਈਡਸ ਸਪੇਸ ਫॉर ਸਟੋਰਿੰਗ ਇੰਸਟਰਕਸ਼ਨਸ ਐਂਡ ਡੇਟਾ, ਸਪੇਸ ਫॉर ਇੰਟਰਮੀਡੀਏਟ ਰਿਜ਼ਲਟਸ ਐਂਡ ਸਪੇਸ ਫॉर ਫਾਈਨਲ ਰਿਜ਼ਲਟਸ। ਸੋ ਇਹ ਜਿਹੜੀਆਂ ਡਾਇਗਰਾਮਸ ਨੇ ਕੁਝ ਮੈਮਰੀ ਯੂਨਿਟਸ ਸ਼ੋ ਕਰ ਰਹੀਆਂ ਕਿ ਜਿਹੜੀ ਮੈਮਰੀ ਹੈ ਚਿਪਸ ਦੀ ਫਾਰਮ 'ਚ ਹੁੰਦੀ ਹੈ। ਇਸ ਤਰ੍ਹਾਂ ਕੰਪਿਊਟਰ ਦੀ ਮੈਮਰੀ ਹੁੰਦੀ ਹੈ, ਜਿਹੜੀਆਂ ਫਿਗਰਸ ਦੇ ਵਿੱਚ ਇਸ ਤਰ੍ਹਾਂ ਦੀਆਂ ਚਿਪਸ ਹੁੰਦੀਆਂ, ਇਹਦੇ ਵਿੱਚ ਕੰਪਿਊਟਰ ਦੀ ਮੈਮਰੀ ਹੁੰਦੀ ਹੈ। ਹੁਣ ਕੰਪਿਊਟਰ ਦੇ ਵਿੱਚ ਅਸੀਂ ਕੁਝ ਵੀ ਕਰ ਰਹੇ ਹਾਂ, ਠੀਕ ਹੈ, ਕੁਝ ਵੀ ਮੈਂ ਫਾਈਲ ਸੇਵ ਕੀਤੀ ਹੈ, ਕੁਝ ਮੂਵੀ ਆਪਣੇ ਕੰਪਿਊਟਰ 'ਚ ਰੱਖੀ ਹੈ, ਉਹਨੂੰ ਕੁਝ ਸਪੇਸ ਚਾਹੀਦੀ ਹੈ। ਸੋ ਸਪੇਸ ਕੌਣ ਦਿੰਦਾ ਹੈ, ਮੈਮਰੀ ਯੂਨਿਟ ਦਿੰਦਾ ਹੈ ਇੰਸਟਰਕਸ਼ਨਸ ਨੂੰ ਸਟੋਰ ਕਰਨ ਦੇ ਲਈ। ਉਸ ਤੋਂ ਬਾਅਦ ਹੈ ਕਿ ਜਦੋਂ ਇੱਕ ਪ੍ਰੋਸੈਸ ਹੋ ਰਿਹਾ ਹੈ, ਉਹਦੇ ਇੰਟਰਮੀਡੀਏਟ ਰਿਜ਼ਲਟਸ, ਇੰਟਰਮੀਡੀਏਟ ਮੀਨਸ ਜਿੱਦਾਂ ਫॉर ਐਗਜ਼ਾਮਪਲ ਕਿ ਬਹੁਤ ਵੱਡੀ ਕੋਈ ਕੈਲਕੂਲੇਸ਼ਨ ਹੈ, ਠੀਕ ਹੈ, ਸਿੰਪਲ ਜੀ ਐਗਜ਼ਾਮਪਲ ਲੈ ਲਓ, ਲਾਈਕ 2 + 3 + 5, ਠੀਕ ਹੈ। ਸੋ 2 + 3 + 5 ਸਪੋਜ਼ ਇਹ ਕੈਲਕੂਲੇਸ਼ਨ ਕਰ ਰਿਹਾ ਕੰਪਿਊਟਰ। ਇੰਟਰਮੀਡੀਏਟ ਰਿਜ਼ਲਟ ਦਾ ਕੀ ਮਤਲਬ ਹੁੰਦਾ ਹੈ ਕਿ ਪਹਿਲਾਂ ਉਹ 2 ਨੂੰ 3 ਨਾਲ ਪਲੱਸ ਕਰੇਗਾ, 2 + 3 ਕੀ ਹੋ ਗਿਆ 5। ਸੋ 5 ਫਿਰ ਪਲੱਸ ਦੈਨ 5। ਸੋ ਦੈਟ ਮੀਨਸ ਕਿ ਇਹ ਵਾਲਾ ਜਿਹੜਾ 5 ਹੈ ਇਹ ਕੀ ਹੈ, ਇੰਟਰਮੀਡੀਏਟ ਰਿਜ਼ਲਟ ਹੈ। ਮਤਲਬ ਕਿ ਅਗਰ ਬਹੁਤ ਸਾਰੀ ਕੋਈ ਲੰਬਾ ਪ੍ਰੋਸੈਸ ਅਸੀਂ ਕਰ ਰਹੇ ਹਾਂ, ਉਹਦਾ ਜਿਹੜਾ ਵਿੱਚ ਰਿਜ਼ਲਟ ਆ ਰਿਹਾ ਉਹ ਵੀ ਤੇ ਕਿਤੇ ਸਟੋਰ ਕਰਨਾ ਹੈ, ਜਿਹਨੂੰ ਅਸੀਂ ਅੱਗੇ ਕਿਤੇ ਯੂਜ਼ ਕਰਨਾ ਹੈ।
सो इंटरमीडिएट रिजल्ट स्टोर करना है या फाइनल रिजल्ट स्टोर करना है, इंस्ट्रक्शन स्टोर करनी है, एनीथिंग जो भी कंप्यूटर ते असीं स्टोर करते हैं उन्होंने स्पेस चाहिए होंगी है जिन्हों असीं मैमरी कहने हैं, स्टोरेज किया जाता है उन्होंने। नैक्सट है मैमरी यूनिट के फंक्शनस की है। इट स्टोर्स द डेटा एंड इंस्ट्रक्शनस टू बी प्रोसैस्ड, जिहड़ियां डेटा या जिहड़ियां इंस्ट्रक्शनस प्रोसैस होनियां उन्होंने स्टोर करता है। इट स्टोर्स इंटरमीडिएट रिजल्ट्स ऑफ प्रोसैसिंग, जो असीं प्रोसैसिंग कर रहे हैं विच जिहड़े रिजल्ट्स आ रहे हैं, ठीक है, उन्होंने स्टोर करने लई यूज़ किया जाता है। इट स्टोर्स फाइनल रिजल्ट, जिहड़ा फाइनल रिजल्ट आया उन्होंने स्टोर करने लई यूज़ किया जाता है। हुण जिहड़ी मैमरी हुंदी है, मैमरी नूं असीं स्टोरेज भी कहने हैं, मैमरी यूनिट कह लो या स्टोरेज यूनिट कह लो, सेम चीज़ है। सो स्टोरेज यूनिट या फिर मैमरी यूनिट ये दो तरीके दे हुंदे आ, प्राइमरी मैमरी ते सैकेंडरी मैमरी। सो कंप्यूटर दे विच दो तरीके की मैमरी हुंदी है जिहदे विच असीं डेटा स्टोर करते हैं, प्राइमरी मैमरी ते सैकेंडरी मैमरी। प्राइमरी मैमरी ते सैकेंडरी मैमरी असीं फुल डिटेल्स करांगे इस सबजैक्ट दे विच। इत्थे तुसीं ये समझना है कि जिहड़ी मैमरी है या जिहड़ी भी स्टोरेज है, स्टोरेज कह लो या मैमरी कह लो, एक ही चीज़ है। जिहड़े स्टोरेज यूनिट्स है दो तरह के है, प्राइमरी स्टोरेज है तो सैकेंडरी स्टोरेज है, जिन्होंने असीं कह सकते हैं कि प्राइमरी मैमरी है तो सैकेंडरी मैमरी। प्राइमरी मैमरी नाम तो ही पता चल रहा है कि कंप्यूटर की अपनी मैमरी जिहड़ी हुंदी है वो प्राइमरी मैमरी हुंदी है। कंप्यूटर की जिहड़ी अपनी मैमरी है जिन्हों असीं मेन मैमरी भी कहने हैं। जिहड़ी अपनी मैमरी है कंप्यूटर की वो दो तरह की हुंदी है, रैम ते रोम। रैम की फुल फॉर्म हुंदी है रैंडम एक्सैस मैमरी, रोम की फुल फॉर्म हुंदी है रीड ओनली मैमरी। असीं इन्हां नूं डिटेल च करांगे नैक्सट लैक्चरस दे विच। इत्थे तुसीं जिन्ना क मैं तुहानूं ट्रांसलेट कर रही हाँ समझा रही हाँ वो चीज़ां समझनियां ने इत्थे तक। सो जिहड़ी कंप्यूटर की मैमरी है दो तरह की हुंदी है, प्राइमरी मैमरी ते सैकेंडरी मैमरी। प्राइमरी मैमरी मतलब जिहड़ी कंप्यूटर की अपनी मैमरी है, अपनी मैमरी जिन्हों असीं मेन मैमरी भी कहने हैं। मेन मैमरी दो तरह की हुंदी है, रैम ते रोम। उस तो बाद जिहड़ी प्राइमरी मैमरी हुंदी है वो घट हुंदी है, किसी भी कंप्यूटर की लिमिटेड हुंदी है। सो उन्होंने वधाउण दे लई समटाइम्स अगर असीं बहुत ज़्यादा डेटा स्टोर करना है तो सानूं ज़्यादा मैमरी चाहिए होएगी। सो ज़्यादा मैमरी जिहड़ी हुंदी है उन्होंने असीं कहने हैं सैकेंडरी मैमरी, कि वो मेन मैमरी नहीं हुंदी, कंप्यूटर की अपनी मैमरी नहीं हुंदी, असीं एक्सट्रा मैमरी लगाने हैं डेटा स्टोर करने के लिए। सो सैकेंडरी मैमरी जिद्दां CDs हो गई, DVDs हो गई, पेन ड्राइव्स हो गई, ये सब सैकेंडरी मैमरी हुंदी है। सो सिंपल जी एग्जाम्पल है, जिद्दां साडा फोन हुंदा है, फोन की अपनी मैमरी भी हुंदी है, फोन च असीं मैमरी कार्ड भी इंसर्ट करते हैं। जिहड़ी अपनी मैमरी हुंदी है फोन की जिन्नी भी मैमरी है वो मेन मैमरी होगी, प्राइमरी मैमरी होगी। जे असीं मैमरी कार्ड लगाया फोन दे विच, मैमरी कार्ड सैकेंडरी मैमरी हो गया। सो इदां ही कंप्यूटर की जिहड़ी अपनी मैमरी हुंदी है उन्होंने प्राइमरी मैमरी कहते हैं, जिहड़ी दो तरह की हुंदी है रैम ते रोम। सैकेंडरी मैमरी जिहड़ी हुंदी है, जिहड़ी असीं एक्सट्रा मैमरी जिहड़ी लगा रहे हैं, जिद्दां CD हो गया, DVD हो गया, पेन ड्राइव्स हो गई, हार्ड डिस्क हो गई, वो सारी हुंदी है सैकेंडरी मैमरी। हुण प्राइमरी मैमरी की है, सो ये चीज़ां मैं तुहानूं सारियां समझातियां और लिखियां हुई हैं इहदे च। प्राइमरी स्टोरेज नूं असीं मेन मैमरी भी कहने हैं। मैमरी यूनिट दैट डायरैक्टली कम्युनिकेट्स विद CPU इज कॉल्ड मेन मैमरी। इनू मेन मैमरी क्यों कहने हैं? क्योंकि ये मैमरी CPU दे नाल डायरैक्टली कम्युनिकेट करती है, CPU दे नाल डायरैक्टली गलबात करती है, इसलिए उन्होंने मेन मैमरी किया जाता है। The programs and data that is currently used by CPU reside in main memory. सो जेड़ा डेटा या जेड़ा प्रोग्राम करंटली एग्जीक्यूट हो रहा है, जो कंप्यूटर ते करंट चीज़ हो रही है, वो हमेशा मेन मैमरी दे विच स्टोर होंदी है, प्राइमरी मैमरी दे विच स्टोर होंदी है। नैक्सट इज सैकेंडरी मैमरी। सो जिहड़ी मेन मैमरी हुंदी है या प्राइमरी मैमरी हुंदी है, उहदी स्टोरेज कैपेसिटी लिमिटेड है, घट हुंदी है। सो अगर असीं एडिशनल मैमरी लगा रहे हैं, असीं उहनूं कहने आ एडिशनल मैमरी नूं सैकेंडरी स्टोरेज या फिर ऑक्सिलरी मैमरी भी कहा जाता है। सैकेंडरी स्टोरेज नूं असीं ऑक्सिलरी मैमरी भी कहने हैं। हुण आंदा है अरिथमैटिक लॉजिक यूनिट। असीं पढ़िया सीगा कि CPU दे विच दो चीज़ां है, अरिथमैटिक लॉजिक यूनिट ते कंट्रोल यूनिट। सो अरिथमैटिक लॉजिक यूनिट की करदा है? इट इज़ द डिजिटल सर्किट
where the actual execution of the instructions take place during the processing operation। ਜਦੋਂ ਵੀ ਪ੍ਰੋਸੈਸਿੰਗ ਆਪਰੇਸ਼ਨ ਹੋ ਰਿਹਾ ਹੈ, ਜਦੋਂ ਵੀ ਕੈਲਕੂਲੇਸ਼ਨਸ ਹੋ ਰਹੀਆਂ, ਐਕਚੁਅਲ ਦੇ ਵਿੱਚ ਜਿੰਨੀਆਂ ਵੀ ਕੈਲਕੂਲੇਸ਼ਨਸ ਹੋਣੀਆਂ, ਜਿੰਨੇ ਵੀ ਅਰਥਮੈਟਿਕ ਆਪਰੇਸ਼ਨਸ ਹੋਣੇ ਆ, ਜਿੰਨੇ ਵੀ ਲੌਜੀਕਲ ਆਪਰੇਸ਼ਨਸ ਹੋਣੇ ਆ, ਉਹ ਕਿੱਥੇ ਹੁੰਦੇ ਆ? ALU ਦੇ ਵਿੱਚ। ਸੋ ਇਹ ALU ਦਾ ਇੱਕ ਸਰਕਿਟ ਡਾਇਗਰਾਮ ਹੈ ਕਿ ALU ਦਾ ਸਰਕਿਟ ਡਾਇਗਰਾਮ ਇਹ ਤੁਹਾਨੂੰ ਇਹਦੇ ਵਿੱਚ ਦੱਸਿਆ ਹੋਇਆ। ਇਹਦੀ ਡਿਟੇਲ 'ਚ ਤੁਸੀਂ ਨਹੀਂ ਜਾਣਾ ਕਿ ਇੱਥੇ ਕੀ ਲਿਖਿਆ ਹੋਇਆ, ਕਿ ਇੰਟੀਜਰ ਆਪਰੈਂਟ ਕੀ ਹੈ, ਸਟੇਟਸ ਕੀ ਹੈ, ਇਹ ਡਿਟੇਲ 'ਚ ਹਜੇ ਨਹੀਂ ਜਾਣਾ, ਇਹ ਤੁਹਾਨੂੰ ਮੈਂ ਅੱਗੇ ਸਮਝਾਉਂਗੀ। ਇੱਥੇ ਤੁਸੀਂ ਇੰਨਾ ਸਮਝਣਾ ਹੈ ਕਿ ALU ਇੱਕ ਡਿਜੀਟਲ ਸਰਕਿਟ ਹੁੰਦਾ ਹੈ, ਸਰਕਿਟ ਹੈ ਜਿਹਦੇ ਵਿੱਚ ਇੰਸਟਰਕਸ਼ਨਸ ਜਿਹੜੀਆਂ ਐਗਜ਼ੀਕਿਊਟ ਹੁੰਦੀਆਂ, ਜਿੰਨੀਆਂ ਵੀ ਕੈਲਕੂਲੇਸ਼ਨਸ ਹੋਣੀਆਂ ਉਹ ਅਰਥਮੈਟਿਕ ਲੌਜਿਕ ਯੂਨਿਟ ਨੇ ਕਰਨੀਆਂ। ਨੈਕਸਟ ਹੈ ਕੰਟਰੋਲ ਯੂਨਿਟ। CPU ਦੇ ਵਿੱਚ ਦੂਜੀ ਚੀਜ਼ ਸੀਗੀ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਕੀ ਕਰਦਾ ਹੈ? ਸਿਲੈਕਟਸ, ਇੰਟਰਪ੍ਰੇਟਸ ਐਂਡ ਕੈਰੀਜ਼ ਆਊਟ ਦ ਐਗਜ਼ੀਕਿਊਸ਼ਨ ਆਫ ਪ੍ਰੋਗਰਾਮ ਇੰਸਟਰਕਸ਼ਨ ਇਨ ਪ੍ਰੋਪਰ ਸੀਕੁਐਂਸ। ਕੰਟਰੋਲ ਯੂਨਿਟ ਨੂੰ ਸੈਂਟਰਲ ਨਰਵਸ ਸਿਸਟਮ ਵੀ ਕਿਹਾ ਜਾਂਦਾ ਹੈ। ਜਿੱਦਾਂ ਸਾਡੀ ਬਾਡੀ 'ਚ ਨਰਵਸ ਸਿਸਟਮ ਹੁੰਦਾ ਜਿਹਦੇ ਵਿੱਚ ਸਾਰੀਆਂ ਨਰਵਸ ਹੁੰਦੀਆਂ, ਨਰਵਸ ਸਿਸਟਮ ਸਾਨੂੰ ਦੱਸਦਾ ਹੈ ਕਿ ਅਸੀਂ ਨੈਕਸਟ ਸਾਡੇ ਬ੍ਰੇਨ ਨੇ ਕੀ ਕਰਨਾ ਹੈ। ਸੋ ਸਿਮਿਲਰਲੀ CPU ਨੂੰ ਜੇ ਬ੍ਰੇਨ ਆਫ ਕੰਪਿਊਟਰ ਕਿਹਾ ਜਾਂਦਾ ਹੈ ਤੇ ਉਹਨੂੰ ਕੌਣ ਦੱਸਦਾ ਹੈ ਕਿ ਨੈਕਸਟ ਇੰਸਟਰਕਸ਼ਨ ਕਿਹੜੀ ਐਗਜ਼ੀਕਿਊਟ ਕਰਨੀ ਹੈ, ਕਿ ਅਗਲਾ ਕੰਮ ਕੀ ਕਰਨਾ ਹੈ, ਉਹ ਕੌਣ ਦੱਸੇਗਾ? ਕੰਟਰੋਲ ਯੂਨਿਟ। ਸੋ ਕੰਟਰੋਲ ਯੂਨਿਟ ਕੋਲ ਇਨਫੋਰਮੇਸ਼ਨ ਆਉਂਦੀ ਹੈ, ਉਹ ਸਿਗਨਲ 'ਚ ਕਨਵਰਟ ਕਰਦਾ ਹੈ, ਸਿਗਨਲ ਉਹ ਪ੍ਰੋਸੈਸਰ ਨੂੰ ਭੇਜ ਦਿੰਦਾ। ਪ੍ਰੋਸੈਸਰ ਕੌਣ ਹੈ? CPU। ਤੇ ਫਿਰ CPU ਉਹ ਕੰਮ ਕਰ ਲੈਂਦਾ। CPU ਕੰਮ ਕਰਦਾ ਹੈ ਬਟ ਉਹਨੂੰ ਦੱਸਦਾ ਕੌਣ ਹੈ ਕਿ ਕਿਹੜਾ ਕੰਮ ਕਰਨਾ ਹੈ? ਕੰਟਰੋਲ ਯੂਨਿਟ। ਸੋ ਦਿਸ ਇਜ਼ ਆਲ ਅਬਾਊਟ ਬਲੌਕ ਡਾਇਗਰਾਮ ਆਫ ਕੰਪਿਊਟਰ। ਅਸੀਂ ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ। ਸੋ ਇਹ ਡਾਇਗਰਾਮ ਹੈ, ਇਹ ਡਾਇਗਰਾਮ ਸਮਝਣੀ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਇਹ ਡਾਇਗਰਾਮ ਸਮਝ ਆ ਜਾਏਗੀ ਤੇ ਤੁਹਾਨੂੰ ਕੰਪਿਊਟਰ ਬਹੁਤ ਈਜ਼ੀ ਲੱਗੇਗਾ, ਬਹੁਤ ਈਜ਼ੀਲੀ ਸਮਝ ਆ ਜਾਏਗਾ। ਸੋ ਸਭ ਤੋਂ ਪਹਿਲੀ ਚੀਜ਼ ਹੈ ਕਿ ਇਨਪੁਟ ਯੂਨਿਟ ਹੁੰਦਾ ਇੱਥੇ। ਇਨਪੁਟ ਯੂਨਿਟ ਦੇ ਵਿੱਚ ਬਹੁਤ ਸਾਰੀਆਂ ਇਨਪੁਟ ਡਿਵਾਈਸਿਸ ਹੁੰਦੀਆਂ। ਜਦੋਂ ਅਸੀਂ ਕੰਪਿਊਟਰ ਨੂੰ ਇਨਪੁਟ ਦਿੰਦੇ ਆ, ਇਨਪੁਟ ਡਿਵਾਈਸਿਸ ਇਨਪੁਟ ਲੈ ਲੈਂਦੀਆਂ, ਇਨਪੁਟ ਲੈ ਕੇ ਉਹ ਕੰਪਿਊਟਰ ਦੀ ਲੈਂਗੁਏਜ 'ਚ ਕਨਵਰਟ ਕਰਕੇ CPU ਨੂੰ ਭੇਜ ਦਿੰਦੀਆਂ। CPU ਕੀ ਹੈ? ਪ੍ਰੋਸੈਸਰ। CPU ਦੀ ਫੁੱਲ ਫਾਰਮ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। CPU ਦੇ ਵਿੱਚ ਦੋ ਚੀਜ਼ਾਂ ਨੇ, ਅਰਥਮੈਟਿਕ ਲੌਜਿਕ ਯੂਨਿਟ ALU, ਕੰਟਰੋਲ ਯੂਨਿਟ CU। ਅਰਥਮੈਟਿਕ ਲੌਜਿਕ ਯੂਨਿਟ ਕੀ ਕਰਦਾ ਹੈ? ਜਿੰਨੀਆਂ ਵੀ ਕੈਲਕੂਲੇਸ਼ਨਸ ਹੋਣੀਆਂ ਨੇ, ਜਿੰਨੀਆਂ ਵੀ ਇੰਸਟਰਕਸ਼ਨਸ ਐਗਜ਼ੀਕਿਊਟ ਹੋਣੀਆਂ ਨੇ, ਉਹ ਅਰਥਮੈਟਿਕ ਲੌਜਿਕ ਯੂਨਿਟ ਨੇ ਕਰਨਾ ਹੈ ਕੈਲਕੂਲੇਸ਼ਨਸ ਵਾਲਾ ਕੰਮ। ਕੰਟਰੋਲ ਯੂਨਿਟ ਨੇ CPU ਨੂੰ ਇਹ ਦੱਸਣਾ ਹੈ ਕਿ ਨੈਕਸਟ ਕੰਮ ਇਹ ਕਰੋ, ਨੈਕਸਟ ਇਹ ਇੰਸਟਰਕਸ਼ਨ ਐਗਜ਼ੀਕਿਊਟ ਕਰੋ, ਕਿ ਜਿਹੜਾ ਸੀਕੁਐਂਸ ਹੈ ਇੰਸਟਰਕਸ਼ਨਸ ਦਾ, ਕਿ ਅਗਲਾ ਕੰਮ ਕਿਹੜਾ ਹੋਏਗਾ, ਨੈਕਸਟ ਇੰਸਟਰਕਸ਼ਨ ਕਿਹੜੀ ਐਗਜ਼ੀਕਿਊਟ ਹੋਣੀ ਹੈ, ਉਹ ਕੰਟਰੋਲ ਯੂਨਿਟ ਦੱਸੇਗਾ। ਤੇ ਜਿਹੜਾ ਹੁਣ CPU ਹੈ ਇਹ ਮੈਮਰੀ ਦੇ ਨਾਲ ਕਨੈਕਟਡ ਹੈ। ਮੈਮਰੀ ਮਤਲਬ ਜਿੱਥੇ ਸਟੋਰ ਹੋ ਰਹੀਆਂ ਚੀਜ਼ਾਂ। ਮੈਮਰੀ ਵੀ ਦੋ ਤਰ੍ਹਾਂ ਦੀ ਹੈ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਨੂੰ ਮੇਨ ਮੈਮਰੀ ਕਿਹਾ ਜਾਂਦਾ ਹੈ ਕਿਉਂਕਿ CPU ਉਹਦੇ ਨਾਲ ਡਾਇਰੈਕਟਲੀ ਕਮਿਊਨੀਕੇਟ ਕਰ ਰਿਹਾ। ਤੇ ਅਗਰ ਸਾਡੀ ਮੈਮਰੀ ਘੱਟ ਹੈ, ਅਸੀਂ ਮੈਮਰੀ ਨੂੰ ਐਕਸਟੈਂਡ ਕਰ ਸਕਦੇ ਹਾਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੇ ਨਾਲ, ਜਿਵੇਂ CD ਪਾ ਲਈ, DVD ਹੋ ਗਿਆ, ਹਾਰਡ ਡਿਸਕ ਹੋ ਗਿਆ, ਪੈਨ ਡਰਾਈਵ ਹੋ ਗਿਆ, ਇਹ ਮੈਮਰੀ ਨੂੰ ਵਧਾ ਦਿੰਦੇ ਆ। ਫਿਰ CPU ਨੇ ਆਪਣੀ ਪ੍ਰੋਸੈਸਿੰਗ ਕਰ ਲਈ, ਆਪਰੇਸ਼ਨ ਪਰਫਾਰਮ ਕਰਕੇ ਉਹਨੇ ਰਿਜ਼ਲਟ ਕਿਹਨੂੰ ਦੇ ਦੇਣਾ? ਆਊਟਪੁੱਟ ਯੂਨਿਟ ਨੂੰ। ਆਊਟਪੁੱਟ ਯੂਨਿਟ ਨੂੰ ਦੇ ਦਿੱਤਾ। ਆਊਟਪੁੱਟ ਯੂਨਿਟ 'ਚ ਬਹੁਤ ਸਾਰੀਆਂ ਆਊਟਪੁੱਟ ਡਿਵਾਈਸਿਸ ਨੇ। ਜਿਹੜਾ ਰਿਜ਼ਲਟ ਉਹਨਾਂ ਨੂੰ ਮਿਲਿਆ ਉਹ ਕੋਡਡ ਫਾਰਮ 'ਚ ਹੋਏਗਾ, ਉਹ ਕੰਪਿਊਟਰ ਦੀ ਫਾਰਮ 'ਚ ਹੋਏਗਾ। ਆਊਟਪੁੱਟ ਯੂਨਿਟ ਕੀ ਕਰੇਗਾ? ਕੰਪਿਊਟਰ ਵਾਲੇ ਫਾਰਮ ਨੂੰ ਹਿਊਮਨ ਰੀਡੇਬਲ ਫਾਰਮ 'ਚ ਕਨਵਰਟ ਕਰਕੇ ਸਾਡੇ ਤੱਕ ਆਊਟਪੁੱਟ ਪਹੁੰਚਾਏਗਾ। ਸੋ ਦਿਸ ਇਜ਼ ਆਲ ਅਬਾਊਟ ਬਲੌਕ ਡਾਇਗਰਾਮ ਆਫ ਕੰਪਿਊਟਰ। ਇਹ ਸਾਰੀ ਵਰਕਿੰਗ ਹੈ ਕੰਪਿਊਟਰ ਦੀ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਡਿਸਕਸ ਕਰ ਲਈਆਂ। ਬਾਕੀ ਡਿਟੇਲ 'ਚ ਅਸੀਂ ਨੈਕਸਟ ਲੈਕਚਰਸ ਦੇ ਵਿੱਚ ਡਿਸਕਸ ਕਰਾਂਗੇ। It is done for this lecture. Thank you so much, students.